हाँ जी प्यारे बच्चों, प्यार भरी सत श्री अकाल। उम्मीद है कि तुसी अपना पहला पाठ है जो वो अपनियां फेयर नोटबुक्स के उत्ते पूरा कर लिया होवेगा। तो अज असी 8वीं जमात का पाठ 2-3 सवाल एक कहानी करन जा रहे हाँ, जो कि लियो टॉलस्टॉय की लिखी हुई कहानी है। ये कहानी है जिहड़ी आपां ਇਹਦੇ ਵਿੱਚ ਸਿੱਖਿਆਦਾਇਕ ਕਹਾਣੀ ਹੈ। ਇਹਦੇ ਵਿੱਚ ਸਾਨੂੰ ਕੀ ਸਿੱਖਿਆ ਦਿੰਦੇ ਆ ਉਹ ਮੈਂ ਤੁਹਾਨੂੰ ਕਹਾਣੀ ਦੇ ਰਾਹੀਂ ਦੱਸਾਂਗੀ। ਹਾਂਜੀ, ਕਹਾਣੀ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਰਾਜਾ ਸੀ। ਉਸਨੂੰ ਹਰ ਵਕਤ ਇਹੀ ਫਿਕਰ ਲੱਗਿਆ ਰਹਿੰਦਾ ਸੀ ਕਿ ਮੈਂ ਕਿਸ ਤਰ੍ਹਾਂ ਆਪਣੇ ਰਾਜ ਪ੍ਰਬੰਧ ਨੂੰ ਬਹੁਤ ਚੰਗੀ ਤਰ੍ਹਾਂ ਚਲਾਵਾਂ, ਮੈਥੋਂ ਕਦੇ ਕੋਈ ਗਲਤੀ ਨਾ ਹੋਵੇ। ਤਾਂ ਉਹਨੂੰ ਹਮੇਸ਼ਾ ਇਸ ਚੀਜ਼ ਦਾ ਫਿਕਰ ਹੀ ਰਹਿੰਦਾ ਸੀ ਕਿ ਉਸਦਾ ਰਾਜ ਪ੍ਰਬੰਧ ਹੈ ਜਿਹੜਾ ਉਹ ਕਿਸ ਤਰ੍ਹਾਂ ਚੰਗੀ ਤਰ੍ਹਾਂ ਚੱਲ ਸਕਦਾ ਹੈ, ਕਿਵੇਂ ਉਹ ਕਿਸੇ ਗਲਤੀ ਕਰਨ ਤੋਂ ਬਚ ਸਕਦਾ ਹੈ। ਫਿਰ ਉਹਨੇ ਸੋਚਿਆ ਕਿ ਜੇ ਮੈਨੂੰ ਮੇਰੇ 3 ਸਵਾਲਾਂ ਦੇ ਜਵਾਬ ਮਿਲ ਜਾਣ ਤਾਂ ਮੈਂ ਕਦੇ ਕੋਈ ਗਲਤੀ ਨਹੀਂ ਕਰ ਸਕਦਾ। ਉਹ 3 ਸਵਾਲ ਕਿਹੜੇ ਸੀ ਬੱਚਿਓ? ਪਹਿਲਾ ਸਵਾਲ ਸੀ ਕਿ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ। ਦੂਜਾ ਸਵਾਲ ਸੀ ਕਿਹੜੇ ਆਦਮੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਹੜੇ ਆਦਮੀਆਂ ਦੀ ਨਹੀਂ। ਉਸ ਤੋਂ ਬਾਅਦ ਤੀਜਾ ਸਵਾਲ ਸੀ ਜੀ ਕਿ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਉਸ ਰਾਜੇ ਨੇ ਸੋਚਿਆ ਕਿ ਜੇ ਇਹ 3 ਸਵਾਲਾਂ ਦੇ ਜਵਾਬ ਮੈਨੂੰ ਮਿਲ ਗਏ ਫਿਰ ਮੈਂ ਕਦੇ ਕੋਈ ਗਲਤੀ ਨਹੀਂ ਕਰਾਂਗਾ। ਇਸ ਕਰਕੇ ਉਹਨੇ ਸਾਰੇ ਰਾਜ ਵਿੱਚ ਡੌਂਡੀ ਪਿਟਵਾ ਦਿੱਤੀ। ਡੌਂਡੀ ਬੱਚਿਓ ਕੀ ਹੁੰਦਾ? ਢਿੰਡੋਰਾ ਪਿਟਵਾ ਦੇਣਾ। ਕੋਈ ਖਬਰ ਹੈ ਜਿਹੜੀ ਉਹਨੂੰ ਸੂਚਨਾ ਦੇ ਤੌਰ 'ਤੇ ਦੇ ਦੇਣਾ ਸਾਰਿਆਂ ਨੂੰ, ਠੀਕ ਹੈ। ਉਹਨੇ ਡੌਂਡੀ ਪਿਟਵਾ ਦਿੱਤੀ ਕਿ ਜਿਹੜਾ ਵੀ ਮੇਰੇ ਇਹਨਾਂ 3 ਸਵਾਲਾਂ ਦਾ ਜਵਾਬ ਦੇਗਾ ਉਹਨੂੰ ਮੈਂ ਇੰਨਾ ਧਨ ਪਦਾਰਥ ਦੇਵਾਂਗਾ ਕਿ ਮਾਲਾ ਮਾਲ ਕਰ ਦੇਵਾਂਗਾ, ਮਤਲਬ ਕਿ ਉਹਨੂੰ ਬਹੁਤ ਭਾਰੀ ਇਨਾਮ ਦਿੱਤਾ ਜਾਏਗਾ। ਇਸ ਤਰ੍ਹਾਂ ਫਿਰ ਉਹ ਢਿੰਡੋਰਾ ਸੁਣ ਕੇ ਤਰ੍ਹਾਂ ਤਰ੍ਹਾਂ ਦੇ ਪੁਰਸ਼ ਹੈ ਜਿਹੜੇ ਸਿਆਣੇ ਲੋਕ ਉਹਦੇ ਕੋਲ ਆਉਣ ਲੱਗੇ ਅਤੇ ਅੱਡ ਅੱਡ ਤਰ੍ਹਾਂ ਦੇ ਜਵਾਬ ਦੇਣ ਲੱਗੇ। ਕਿਸੇ ਨੇ ਕਿਹਾ ਕਿ ਜਿਹੜਾ ਸਮਾਂ ਹੈ ਉਹਨੂੰ ਵੰਡ ਕੇ ਉਹਦੇ ਅਨੁਸਾਰ ਸਮੇਂ ਸਿਰ ਦੀ ਵੰਡ ਅਨੁਸਾਰ ਕੰਮ ਕਰ ਲੈਣਾ ਚਾਹੀਦਾ ਹੈ। ਕਿਸੇ ਨੇ ਕਿਹਾ ਕਿ ਹਮੇਸ਼ਾ ਕੰਮ ਕਰਦੇ ਹੀ ਰਹਿਣਾ ਚਾਹੀਦਾ, ਆਪੇ ਪਤਾ ਲੱਗ ਜੂ ਕਿ ਚੰਗਾ ਸਮਾਂ ਕਿਹੜਾ ਹੈ। ਉਸ ਤੋਂ ਬਾਅਦ ਕਿਸੇ ਨੇ ਕਿਹਾ ਕਿ ਇੱਕ ਸਾਰੇ ਸਿਆਣੇ ਵਿਦਿਆਰਥੀਆਂ ਦੀ ਕੌਂਸਲ ਜਾਣੀ ਕਿ ਸਭਾ ਬਣਾਉਣੀ ਚਾਹੀਦੀ ਹੈ, ਵਿਅਕਤੀਆਂ ਦੀ, ਸਿਆਣਿਆਂ ਦੀ, ਉਸ ਤੋਂ ਪੁੱਛ ਕੇ ਕੰਮ ਕਰਨਾ ਚਾਹੀਦਾ ਹੈ। ਪਰ ਇਹਨਾਂ ਜਵਾਬਾਂ 'ਤੇ ਕੁਛ ਇਤਰਾਜ਼ ਵੀ ਆ ਗਏ। ਕਈਆਂ ਨੂੰ ਕਿਹਾ, ਕਿਸੇ ਨੇ ਕਿਹਾ ਕਿ ਹਰ ਵਕਤ ਜਿਹੜੀ ਇਹ ਸਭਾ ਬੁਲਾਈ ਨਹੀਂ ਜਾ ਸਕਦੀ, ਹਮੇਸ਼ਾ ਜਿਹੜੇ ਸਿਆਣੇ ਲੋਕ ਹੈ ਉਹਨਾਂ ਨੂੰ ਵਾਰ-ਵਾਰ ਬੁਲਾ ਕੇ ਥੋੜ੍ਹੀ ਪੁੱਛਿਆ ਜਾ ਸਕਦਾ ਵੀ ਚੰਗਾ ਸਮਾਂ ਕਿਹੜਾ ਹੈ। ਕਿਸੇ ਨੇ ਕਿਹਾ ਕਿ ਚੰਗੇ ਜੋਤਸ਼ੀ ਰੱਖ ਲੈਣੇ ਚਾਹੀਦੇ ਹਨ ਤਾਂ ਕਿ ਉਹ ਸਾਨੂੰ ਭਵਿੱਖ ਦੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸ ਸਕਣ। ਇਸ ਤਰ੍ਹਾਂ ਨਾਲ ਵੱਖੋ-ਵੱਖਰਾ ਤਰ੍ਹਾਂ ਦੇ ਜਵਾਬ ਹੈ ਜਿਹੜੇ ਉਹ ਰਾਜੇ ਨੂੰ ਮਿਲਣ ਲੱਗੇ, ਪਰ ਰਾਜੇ ਦੀ ਕਿਸੇ ਵੀ ਜਵਾਬ ਨਾਲ ਸੰਤੁਸ਼ਟੀ ਨਾ ਹੋਈ ਅਤੇ ਉਸਦਾ ਮਨ ਉਸੇ ਤਰ੍ਹਾਂ ਬੇਚੈਨ ਰਿਹਾ। ਉਸ ਨੂੰ ਫਿਰ ਪਤਾ ਲੱਗਾ ਕਿ ਜੰਗਲ ਦੇ ਵਿੱਚ ਇੱਕ ਸਿਆਣਾ ਤਪੀਸਰ ਰਹਿੰਦਾ ਹੈ। ਤਪੀਸਰ ਕੀ ਹੁੰਦਾ ਬੇਟਾ? ਜਿਹੜਾ ਤਪੱਸਿਆ ਕਰਦਾ ਹੈ, ਸਾਧੂ ਸੰਤ ਮਹਾਤਮਾ, ਉਹਨੂੰ ਅਸੀਂ ਤਪੀਸਰ ਕਹਿ ਦਿੰਦੇ ਹਾਂ। ਉਹਨੂੰ ਪਤਾ ਲੱਗਿਆ ਕਿ ਜੰਗਲ ਦੇ ਵਿੱਚ ਇੱਕ ਸਿਆਣਾ ਤਪੀਸਰ ਰਹਿੰਦਾ ਹੈ ਅਤੇ ਉਹ ਆਪਣੀ ਕੁਟੀਆ ਛੱਡ ਕੇ ਕਿਤੇ ਵੀ ਬਾਹਰ ਨਹੀਂ ਜਾਂਦਾ ਅਤੇ ਇਸ ਤੋਂ ਇਲਾਵਾ ਉਹ ਆਮ ਵਿਅਕਤੀਆਂ ਤੋਂ ਬਿਨਾਂ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰਦਾ। ਇਸ ਕਰਕੇ ਰਾਜੇ ਨੇ ਕੀ ਕੀਤਾ? ਆਪਣਾ ਪਹਿਰਾਵਾ ਬਦਲਿਆ ਅਤੇ ਮਾਮੂਲੀ ਲੋਕਾਂ ਵਾਲੇ ਕੱਪੜੇ ਪਾ ਕੇ ਜੰਗਲ ਵੱਲ ਚਲਾ ਗਿਆ। ਉਸਨੇ ਆਪਣੇ ਸੇਵਾਦਾਰਾਂ ਨੂੰ ਜੰਗਲ ਦੇ ਬਾਹਰ ਹੀ ਰੁਕਣ ਲਈ ਕਿਹਾ ਅਤੇ ਆਪ ਇਕੱਲਾ ਹੀ ਕੁਟੀਆ ਵੱਲ ਚਲਾ ਗਿਆ। ਜਦੋਂ ਕੁਟੀਆ ਕੋਲ ਪੁੱਜਾ ਤਾਂ ਅੱਗੇ ਜਾ ਕੇ ਉਹਨੇ ਦੇਖਿਆ ਕਿ ਜੋ ਤਪੀਸਰ ਸੀ ਉਹ ਕੁਟੀਆ ਦੇ ਸਾਹਮਣੇ ਇੱਕ ਕਿਆਰੀ ਪੁੱਟ ਰਿਹਾ ਸੀ ਅਤੇ ਉਸਨੇ ਜਾ ਕੇ ਉਹਨੂੰ ਨਮਸਕਾਰ ਕੀਤੀ ਤਾਂ ਉਹਨੇ ਤਪੀਸਰ ਨੇ ਰਾਜੇ ਨੂੰ ਆਸ਼ੀਰਵਾਦ ਦਿੱਤਾ ਅਤੇ ਚੁੱਪਚਾਪ ਆਪਣਾ ਕੰਮ ਕਰਦਾ ਰਿਹਾ। ਇਸ ਤੋਂ ਬਾਅਦ ਰਾਜੇ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਕੋਲ ਆਪਣੇ 3 ਸਵਾਲਾਂ ਦੇ ਜਵਾਬ ਪੁੱਛਣ ਆਇਆ ਹਾਂ। ਪਹਿਲਾ ਸਵਾਲ ਹੈ ਜੀ, ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ, ਕਿਹੜੇ ਆਦਮੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਹੜੇ ਆਦਮੀਆਂ ਦੀ ਨਹੀਂ, ਅਤੇ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਰਾਜੇ ਨੇ ਆਪਣੇ ਸਵਾਲ ਜਿਹੜੇ ਤਪੀਸਰ ਦੇ ਸਾਹਮਣੇ ਰੱਖੇ, ਪਰ ਤਪੀਸਰ ਨੇ ਉਹਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਅਤੇ ਉਸੇ ਤਰ੍ਹਾਂ ਆਪਣੇ ਹੱਥਾਂ ਨਾਲ ਨੁਥੁੱਕ ਲਾ ਕੇ ਦੁਬਾਰਾ ਕਹੀ ਫੜੀ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸੇ ਤਰ੍ਹਾਂ ਆਪਣੇ ਕੰਮ ਵਿੱਚ ਰੁੱਝਿਆ ਰਿਹਾ। ਰਾਜੇ ਨੇ ਫਿਰ ਤਪੀਸਰ ਨੂੰ ਪੁੱਛਿਆ ਕਿ ਹੁਣ ਤੁਸੀਂ ਥੱਕ ਗਏ ਹੋ, ਲਿਆਓ ਮੈਂ ਕਿਆਰੀ ਪੁੱਟ ਦਿੰਦਾ ਹਾਂ। ਤਾਂ ਤਪੀਸਰ ਨੇ ਮਿਹਰਬਾਨੀ ਸ਼ਬਦ ਕਹਿ ਕੇ ਆਪ ਬੈਠ ਗਿਆ ਅਤੇ ਰਾਜੇ ਨੂੰ ਕਹੀ ਫੜਾ ਦਿੱਤੀ। ਤਾਂ ਰਾਜਾ ਜਿਹੜਾ ਸੀ ਉਹ ਕਹੀ ਲੈ ਕੇ ਜਿਹੜਾ ਹੈ ਜ਼ਮੀਨ ਨੂੰ ਪੁੱਟਣ ਲੱਗ ਪਿਆ। ਤਾਂ ਉਸ ਤੋਂ ਬਾਅਦ ਤਪੀਸਰ ਉਸੇ ਤਰ੍ਹਾਂ ਚੁੱਪਚਾਪ ਬੈਠਾ ਰਿਹਾ। ਰਾਜਾ ਕੁਝ ਚਿਰ ਕੰਮ ਕਰਦਾ ਰਿਹਾ ਅਤੇ ਫਿਰ ਉਸਨੇ ਆਪਣੇ ਉਹੀ ਸਵਾਲ ਦੁਹਰਾਏ, ਪਰ ਤਪੀਸਰ ਨੇ ਉਹਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਆਖਿਆ ਲਿਆਓ ਹੁਣ ਤੁਸੀਂ ਥੱਕ ਗਏ ਹੋਵੋਗੇ, ਮੈਂ ਕੰਮ ਕਰਾਂ। ਰਾਜੇ ਨੇ ਪਰ ਕਹੀ ਨਾ ਛੱਡੀ ਅਤੇ ਲਗਾਤਾਰ ਕਿਆਰੀ ਪੁੱਟਦਾ ਰਿਹਾ।
2 ਘੰਟੇ ਸਮਾਂ ਲੰਘ ਗਿਆ, ਸੂਰਜ ਛਿਪਣ ਲੱਗਾ। ਰਾਜੇ ਨੇ ਕਹੀ ਰੱਖ ਕੇ ਫਿਰ ਪੁੱਛਿਆ, ਤਪੀਸ਼ਰ ਜੀ, ਮੈਂ ਤੁਹਾਡੇ ਪਾਸ ਆਪਣੇ ਪ੍ਰਸ਼ਨਾਂ ਦੇ ਉੱਤਰ ਲੈਣ ਆਇਆ ਹਾਂ। ਜੇ ਤੁਸੀਂ ਜਵਾਬ ਨਹੀਂ ਦੇਣਾ ਤਾਂ ਮੈਨੂੰ ਦੱਸ ਦਿਓ, ਮੈਂ ਘਰ ਮੁੜ ਜਾਵਾਂ। ਤਪੀਸ਼ਰ ਬੋਲਿਆ, ਉਹ ਵੇਖੋ ਕੋਈ ਆਦਮੀ ਦੌੜਿਆ ਆਉਂਦਾ ਹੈ, ਵੇਖੀ ਉਸ ਵਿਚਾਰੇ 'ਤੇ ਕੀ ਬਿਪਤਾ ਪਈ ਹੈ। ਬਿਪਤਾ ਮਤਲਬ ਕੀ ਹੁੰਦੀ ਹੈ? ਮੁਸੀਬਤ। ਮਤਲਬ ਕਿ ਉਸਨੇ ਉਸਦੇ ਸਵਾਲਾਂ ਦਾ ਜਵਾਬ ਫੇਰ ਨਾ ਦਿੱਤਾ। ਰਾਜੇ ਨੇ ਮੁੜ ਕੇ ਵੇਖਿਆ ਕਿ ਜੰਗਲ ਵਿੱਚੋਂ ਇੱਕ ਗੱਭਰੂ ਦੌੜਦਾ ਆ ਰਿਹਾ ਸੀ। ਉਸ ਦਾ ਇੱਕ ਹੱਥ ਆਪਣੀ ਬੱਖੀ ਉੱਤੇ ਰੱਖਿਆ ਹੋਇਆ ਸੀ ਅਤੇ ਉੱਥੋਂ ਲਹੂ ਨਿਕਲ ਰਿਹਾ ਸੀ। ਉਹ ਤਪੀਸ਼ਰ ਅਤੇ ਰਾਜੇ ਦੇ ਕੋਲ ਆ ਕੇ ਨਿਢਾਲ ਹੋ ਕੇ ਡਿੱਗ ਪਿਆ ਅਤੇ ਰਾਜੇ ਨੇ ਵੇਖਿਆ ਕਿ ਉਸਦੀ ਬੱਖੀ ਵਿੱਚ ਵੱਡਾ ਜ਼ਖਮ ਸੀ। ਰਾਜੇ ਨੇ ਫੌਰਨ ਉਸਨੂੰ ਧੋ ਕੇ ਆਪਣੇ ਰੁਮਾਲ ਅਤੇ ਤਪੀਸ਼ਰ ਦੇ ਤੌਲੀਏ ਨਾਲ ਬੰਨ੍ਹ ਦਿੱਤਾ, ਪਰ ਲਹੂ ਸੀ ਜਿਹੜਾ ਉਹ ਵਗਣੋਂ ਬੰਦ ਨਹੀਂ ਹੋ ਰਿਹਾ ਸੀ। ਇਸ ਕਰਕੇ ਰਾਜਾ ਵਾਰ-ਵਾਰ ਆਪਣਾ ਰੁਮਾਲ ਸੀ ਜਿਹੜਾ ਧੋ ਕੇ ਉਹਦੇ ਜ਼ਖਮ 'ਤੇ ਬੰਨ੍ਹ ਦਿੰਦਾ ਸੀ। ਤਾਂ ਅਖੀਰ ਤਪੀਸ਼ਰ ਨੇ ਉਸਦੇ ਜ਼ਖਮ 'ਤੇ ਕੋਈ ਅਜਿਹੀ ਮੱਲਮ ਲਾਈ ਕਿ ਉਸਦਾ ਲਹੂ ਵਗਣਾ ਬੰਦ ਹੋ ਗਿਆ। ਤਾਂ ਉਸ ਵਿਅਕਤੀ ਨੂੰ ਥੋੜ੍ਹਾ ਹੋਸ਼ ਆਇਆ, ਉਸਨੇ ਅੱਖਾਂ ਖੋਲ੍ਹੀਆਂ ਅਤੇ ਪੀਣ ਲਈ ਪਾਣੀ ਮੰਗਿਆ। ਰਾਜਾ ਦੌੜ ਕੇ ਘੜੇ ਵਿੱਚੋਂ ਪਾਣੀ ਲੈ ਆਇਆ ਅਤੇ ਉਸਦੇ ਮੂੰਹ ਵਿੱਚ ਪਾ ਦਿੱਤਾ। ਇੰਨੇ ਨੂੰ ਸੂਰਜ ਸੀ ਜਿਹੜਾ ਪੂਰੀ ਤਰ੍ਹਾਂ ਛਿਪ ਗਿਆ ਸੀ ਅਤੇ ਠੰਡ ਵੀ ਹੋਣ ਲੱਗ ਗਈ ਸੀ। ਰਾਜੇ ਨੇ ਅਤੇ ਤਪੀਸ਼ਰ ਨੇ ਉਸ ਜ਼ਖਮੀ ਆਦਮੀ ਨੂੰ ਚੁੱਕ ਕੇ ਕੁਟੀਆ ਦੇ ਅੰਦਰ ਲਿਟਾ ਦਿੱਤਾ ਅਤੇ ਆਪ ਵੀ ਉੱਥੇ ਹੀ ਬੈਠ ਗਿਆ। ਰਾਜਾ ਸਾਰੇ ਦਿਨ ਦਾ ਥੱਕਿਆ ਹੋਣ ਕਰਕੇ ਉਸਨੂੰ ਫਰਸ਼ 'ਤੇ ਹੀ ਨੀਂਦਰ ਆ ਗਈ ਅਤੇ ਉਹ ਸੌਂ ਗਿਆ। ਇਸ ਤਰ੍ਹਾਂ ਸੁੱਤੇ ਸੁੱਤੇ ਸਾਰੀ ਰਾਤ ਲੰਘ ਗਈ। ਜਦੋਂ ਉਹ ਸਵੇਰੇ ਉੱਠਿਆ ਤਾਂ ਸੋਚਣ ਲੱਗਾ ਕਿ ਮੈਂ ਇੱਥੇ ਕਿਵੇਂ ਆ ਗਿਆ। ਅਤੇ ਜਦੋਂ ਗੱਭਰੂ ਨੇ ਅੱਖਾਂ ਖੋਲ੍ਹੀਆਂ ਜੋ ਕਿ ਜ਼ਖਮੀ ਸੀ, ਤਾਂ ਉਹਨੇ ਸਾਹਮਣੇ ਜਦੋਂ ਰਾਜੇ ਨੂੰ ਵੇਖਿਆ ਤਾਂ ਉਹਨੇ ਹੱਥ ਜੋੜ ਕੇ ਉਹਨਾਂ ਨੂੰ ਆਖਿਆ, ਮੈਨੂੰ ਮਾफ़ ਕਰ ਦਿਓ ਹਜ਼ੂਰ। ਰਾਜਾ ਉਸ ਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ। ਰਾਜੇ ਨੇ ਕਿਹਾ ਕਿ ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ, ਫਿਰ ਤੂੰ ਮਾफ़ੀ ਕਿਸ ਗੱਲ ਦੀ ਮੰਗ ਰਿਹਾ ਹੈ? ਗੱਭਰੂ ਨੇ ਦੱਸਿਆ, ਮਹਾਰਾਜ, ਤੁਸੀਂ ਬੇਸ਼ੱਕ ਮੈਨੂੰ ਨਹੀਂ ਜਾਣਦੇ, ਪਰ ਮੈਂ ਤਾਂ ਕਿੰਨੇ ਹੀ ਚਿਰ ਤੋਂ ਸਹੁੰ ਖਾਧੀ ਹੋਈ ਸੀ ਕਿ ਤੁਹਾਨੂੰ ਕਤਲ ਕਰਾਂਗਾ। ਤੁਸੀਂ ਮੇਰੇ ਭਰਾ ਨੂੰ ਫਾਂਸੀ 'ਤੇ ਲਟਕਾ ਦਿੱਤਾ ਸੀ ਅਤੇ ਉਸਦੀ ਸਾਰੀ ਜਾਇਦਾਦ ਸੀ ਜਿਹੜੀ ਜ਼ਬਤ ਕਰ ਲਈ ਸੀ। ਇਸ ਕਰਕੇ ਮੈਂ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਮੈਂ ਤੁਹਾਨੂੰ ਮਾਰਨਾ ਚਾਹੁੰਦਾ ਸੀ। ਅੱਜ ਮੈਨੂੰ ਜਦੋਂ ਪਤਾ ਲੱਗਿਆ ਕਿ ਤੁਸੀਂ ਜੰਗਲ ਵਿੱਚ ਇਕੱਲੇ ਆਏ ਹੋਏ ਹੋ ਤਾਂ ਮੈਂ ਤੁਹਾਨੂੰ ਮਾਰਨ ਦੇ ਇਰਾਦੇ ਨਾਲ ਇੱਥੇ ਆਇਆ ਸੀ। ਮੈਂ ਸੋਚਿਆ ਕਿ ਜਦੋਂ ਤੁਸੀਂ ਵਾਪਸ ਜਾਓਗੇ ਤਾਂ ਮੈਂ ਤੁਹਾਨੂੰ ਮਾਰ ਦੇਵਾਂਗਾ, ਪਰ ਤੁਸੀਂ ਤਾਂ ਹਨੇਰਾ ਪੈਣ ਤੱਕ ਮੁੜੇ ਹੀ ਨਹੀਂ। ਅਤੇ ਜਦੋਂ ਮੈਂ ਤੁਹਾਨੂੰ ਜੰਗਲ ਵਿੱਚ ਲੱਭਣ ਲਈ ਚੱਲ ਪਿਆ ਤਾਂ ਤੁਹਾਡੇ ਸਿਪਾਹੀਆਂ ਨੇ ਮੈਨੂੰ ਪਛਾਣ ਲਿਆ ਅਤੇ ਉਹਨਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ। ਉੱਥੋਂ ਜਾਨ ਬਚਾ ਕੇ ਮੈਂ ਇੱਥੇ ਭੱਜ ਆਇਆ ਅਤੇ ਤੁਸੀਂ ਮੇਰੀ ਮੱਲਮ ਪੱਟੀ ਕਰਕੇ ਮੇਰੀ ਜਾਨ ਬਚਾਈ। ਮੈਂ ਤੁਹਾਨੂੰ ਮਾਰਨ ਲਈ ਆਇਆ ਸੀ, ਪਰ ਤੁਸੀਂ ਮੇਰੀ ਰੱਖਿਆ ਕੀਤੀ। ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਜਿੰਨਾ ਚਿਰ ਮੈਂ ਜਿਉਂਦਾ ਰਿਹਾ ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ। ਰਾਜੇ ਨੇ ਜਦੋਂ ਆਪਣੇ ਜਾਨ ਦੇ ਵੈਰੀ ਮਤਲਬ ਭਾਵੀ ਕਾਤਲ ਜਿਹੜਾ ਭਵਿੱਖ ਵਿੱਚ ਉਹਦਾ ਕਤਲ ਕਰਨਾ ਚਾਹੁੰਦਾ ਸੀ ਦੇ ਮੂੰਹੋਂ ਜਦੋਂ ਸੱਚੀ ਸੁੱਚੀ ਗੱਲ ਸੁਣੀ ਤਾਂ ਉਹ ਬੜਾ ਪ੍ਰਸੰਨ ਹੋਇਆ। ਪ੍ਰਸੰਨ ਮਤਲਬ ਖੁਸ਼ ਹੋਇਆ। ਉਸਨੂੰ ਨਾ ਕੇਵਲ ਉਸਦੇ ਨੂੰ ਮਾਫ਼ ਹੀ ਕਰ ਦਿੱਤਾ, ਸਗੋਂ ਕਿਹਾ ਕਿ ਮੈਂ ਸ਼ਾਹੀ ਦਵਾਖਾਨੇ ਵਿੱਚੋਂ ਚੰਗਾ ਹਕੀਮ ਬੁਲਾ ਕੇ ਤੇਰਾ ਇਲਾਜ ਕਰਾਵਾਂਗਾ ਅਤੇ ਤੇਰੇ ਭਰਾ ਦੀ ਜਾਇਦਾਦ ਹੈ ਜਿਹੜੀ ਉਹ ਵੀ ਤੈਨੂੰ ਮਿਲ ਜਾਵੇਗੀ। ਇਸ ਤਰ੍ਹਾਂ ਜਦੋਂ ਜ਼ਖਮੀ ਗੱਭਰੂ ਦੀ ਸੰਭਾਲ ਕਰਨ ਤੋਂ ਬਾਅਦ ਰਾਜਾ ਵਿਹਲਾ ਹੋਇਆ ਤਾਂ ਬਾਹਰ ਆ ਕੇ ਦੇਖਿਆ ਕਿ ਤਪੀਸ਼ਰ ਜਿਹੜੀ ਕੱਲ੍ਹ ਕਿਆਰੀ ਪੁੱਟ ਰਿਹਾ ਸੀ ਉਹਦੇ ਵਿੱਚ ਬੀਜ ਬੋ ਰਿਹਾ ਸੀ। ਰਾਜੇ ਨੇ ਨੇੜੇ ਹੋ ਕੇ ਉਹਨੂੰ ਪ੍ਰਣਾਮ ਕੀਤਾ ਅਤੇ ਕਿਹਾ, ਮਹਾਰਾਜ, ਮੇਰੀ ਆਖਰੀ ਬੇਨਤੀ ਹੈ ਕਿ ਮੇਰੇ ਸਵਾਲਾਂ ਦੇ ਉੱਤਰ ਦਿਓ। ਤਪੀਸ਼ਰ ਨਿੱਠ ਕੇ ਬੈਠ ਗਿਆ। ਨਿੱਠ ਕੇ ਮਤਲਬ ਛੱਡ ਕੇ ਕੰਮ ਉਹ ਬੈਠ ਗਿਆ ਅਤੇ ਕਹਿਣ ਲੱਗਾ, ਰਾਜਨ, ਤੇਰੇ 3 ਸਵਾਲਾਂ ਦਾ ਤੈਨੂੰ ਜਵਾਬ ਮਿਲ ਚੁੱਕਾ ਹੈ। ਰਾਜਾ ਬੋਲਿਆ, ਮੈਨੂੰ ਕਿਸ ਤਰ੍ਹਾਂ ਮਿਲ ਚੁੱਕਾ ਹੈ? ਤੁਸੀਂ ਤਾਂ ਅਜੇ ਤੱਕ ਮੂੰਹੋਂ ਬੋਲੇ ਤੱਕ ਨਹੀਂ। ਤਪੀਸ਼ਰ ਨੇ ਕਿਹਾ, ਰਾਜਨ, ਵੇਖ, ਤੂੰ ਕੱਲ੍ਹ ਮੇਰੇ ਉੱਤੇ ਦਇਆ ਕਰਕੇ ਕਿਆਰੀ ਨਾ ਪੁੱਟਦਾ ਅਤੇ ਛੇਤੀ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰਕੇ ਤੈਨੂੰ ਕਤਲ ਕਰ ਦਿੰਦਾ। ਸੋ ਸਭ ਤੋਂ ਚੰਗਾ ਸਮਾਂ ਉਹ ਸੀ ਜਦੋਂ ਤੂੰ ਕਿਆਰੀ ਪੁੱਟਦਾ ਸੀ। ਮੇਰੀ ਗੱਲ ਸੁਣਨੀ ਉਸ ਵੇਲੇ ਤੇਰੇ ਲਈ ਸਭ ਤੋਂ ਜ਼ਰੂਰੀ ਸੀ ਅਤੇ ਮੇਰੇ ਨਾਲ ਨੇਕੀ ਕਰਨਾ ਅਤੇ ਮੇਰੀ ਮਦਦ ਕਰਨਾ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਫਿਰ ਉਸ ਤੋਂ ਪਿੱਛੋਂ ਜਦ ਇਹ ਗੱਭਰੂ ਦੌੜਦਾ ਹੋਇਆ ਆਇਆ ਤਾਂ ਉਹ ਸਭ ਤੋਂ ਚੰਗਾ ਸਮਾਂ ਸੀ ਜਦੋਂ ਤੂੰ ਉਸਦੀ ਮੱਲਮ ਪੱਟੀ ਕੀਤੀ। ਜੇ ਤੂੰ ਇਉਂ ਨਾ ਕਰਦਾ ਤਾਂ ਇਹ ਆਦਮੀ ਮਰ ਜਾਂਦਾ। ਉਸ ਵੇਲੇ ਤੇਰੇ ਲਈ ਉਹ ਸਭ ਤੋਂ ਜ਼ਰੂਰੀ ਆਦਮੀ ਸੀ ਅਤੇ ਜੋ ਤੂੰ ਭਲਾ ਉਸਦਾ ਕੀਤਾ ਉਹ ਜ਼ਰੂਰੀ ਕੰਮ ਸੀ। ਕੁਝ ਕੁ ਰੁਕ ਕੇ ਤਪੀਸ਼ਰ ਫਿਰ ਕਹਿਣ ਲੱਗਾ, ਯਾਦ ਰੱਖ, ਸਭ ਤੋਂ ਜ਼ਰੂਰੀ ਅਤੇ ਚੰਗਾ ਸਮਾਂ ਵਰਤਮਾਨ ਦਾ ਹੈ। ਉਸ ਵੇਲੇ ਜੋ ਨੇਕੀ ਹੋ ਸਕਦੀ ਹੈ ਕਰ ਲੈਣੀ ਚਾਹੀਦੀ ਹੈ। ਇਹ ਵੇਲਾ ਤੇਰੇ ਹੱਥ ਵਿੱਚ ਇਹ ਵੇਲਾ ਸਾਡੇ ਹੱਥ ਵਿੱਚ ਹੁੰਦਾ ਹੈ ਅਤੇ ਇਹੋ ਜ਼ਰੂਰੀ ਵੇਲਾ ਹੁੰਦਾ ਹੈ। ਉਸ ਆਦਮੀ ਦੀ ਗੱਲ
ਸੁਣਨੀ ਸਭ ਤੋਂ ਜ਼ਰੂਰੀ ਹੁੰਦੀ ਹੈ, ਜਿਹੜਾ ਉਸ ਘੜੀ ਤੁਹਾਡੇ ਕੋਲ ਹੋਵੇ, ਤੇਰੇ ਕੋਲ ਹੋਵੇ। ਪਤਾ ਨਹੀਂ ਕਿਸੇ ਹੋਰ ਵੇਲੇ ਕਿਸੇ ਨੇ ਸਾਡੇ ਨਾਲ ਵਾਹ ਆਏ ਜਾਂ ਉਹ ਬੰਦਾ ਜਹਾਨ ਤੋਂ ਕੂਚ ਕਰ ਜਾਏ। ਅਤੇ ਅਸਲ ਵਿੱਚ ਕੰਮਾਂ ਵਿੱਚ ਸਭ ਤੋਂ ਅਹਿਮ ਅਤੇ ਉੱਚਾ ਜ਼ਰੂਰੀ ਕੰਮ ਇਹੋ ਹੈ ਕਿ ਹਰ ਕਿਸੇ ਆਦਮੀ ਦਾ ਭਲਾ ਕੀਤਾ ਜਾਵੇ। ਅਤੇ ਕਿਉਂ ਜੋ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਮੰਤਵ ਮਤਲਬ ਮਨੋਰਥ ਇੱਕ ਇਹੋ ਹੀ ਹੈ। ਤਪੀਸ਼ਰ ਵੱਲੋਂ ਦਿੱਤੇ ਸਾਰੇ ਸਵਾਲਾਂ ਦਾ ਸਹੀ ਜਵਾਬ ਨਾਲ ਰਾਜੇ ਦੀ ਤਸੱਲੀ ਹੋ ਗਈ ਅਤੇ ਉਹ ਤਪੀਸ਼ਰ ਦਾ ਧੰਨਵਾਦ ਕਰਦਾ ਹੋਇਆ ਖੁਸ਼ੀ ਪਰਤ ਆਇਆ। ਤਾਂ ਇਸ ਤਰ੍ਹਾਂ ਬੱਚਿਓ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਇਹ 3 ਸਵਾਲ ਸਿਰਫ ਉਸ ਰਾਜੇ ਦੇ ਨਹੀਂ, ਸਭ ਦੇ ਹੀ 3 ਸਵਾਲ ਜਿਹੜੇ ਹੈ ਉਹ ਬਣਦੇ ਹੈ ਕਿ ਸਭ ਤੋਂ ਪਹਿਲਾਂ ਕਿ ਸਭ ਤੋਂ ਕੰਮ ਸ਼ੁਰੂ ਕਰਨ ਦਾ ਚੰਗਾ ਸਮਾਂ ਕਿਹੜਾ ਹੈ। ਚੰਗਾ ਸਮਾਂ ਹੈ ਬੇਟਾ ਵਰਤਮਾਨ ਦਾ ਸਮਾਂ ਜੋ ਸਾਡੇ ਹੱਥ ਵਿੱਚ ਹੈ, ਠੀਕ ਹੈ। ਤਾਂ ਵਰਤਮਾਨ ਦੇ ਸਮੇਂ ਨੂੰ ਅਸੀਂ ਭਵਿੱਖ ਦੀ ਚਿੰਤਾ ਕਰਕੇ ਅਤੇ ਭੂਤਕਾਲ ਦੇ ਵਿੱਚ ਬੀਤ ਚੁੱਕੇ ਸਮੇਂ ਦੇ ਵਿੱਚ ਹੋਈਆਂ ਗਲਤੀਆਂ ਬਾਰੇ ਪਛਤਾਵਾ ਕਰਕੇ ਖਰਾਬ ਨਹੀਂ ਕਰਨਾ, ਸਗੋਂ ਉਸ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਕੇ ਉਸ ਨੂੰ ਸਫਲ ਬਣਾਉਣਾ ਹੈ। ਅਤੇ ਕਿਹੜੇ ਆਦਮੀ ਦੀ ਗੱਲ ਸੁਣਨੀ ਹੈ, ਜੋ ਉਸ ਸਮੇਂ ਵਰਤਮਾਨ ਸਮੇਂ ਦੇ ਵਿੱਚ ਸਾਡੇ ਕੋਲ ਹੈ। ਸਭ ਤੋਂ ਪਹਿਲਾਂ ਉਸ ਦੀ ਗੱਲ ਸੁਣਨੀ ਸਾਡੇ ਲਈ ਜ਼ਰੂਰੀ ਹੈ। ਉਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ, ਨੇਕੀ ਅਤੇ ਭਲਾਈ ਕਰਨਾ। ਇਸ ਤੋਂ ਭਾਵ ਸਾਨੂੰ ਸਾਰਿਆਂ ਨੂੰ 3 ਸਵਾਲ ਜਿਹੜੇ ਸਾਡੇ ਉਹਨਾਂ ਦੇ ਜਵਾਬ ਮਿਲ ਗਏ ਕਿ ਵਰਤਮਾਨ ਸਮਾਂ ਸਭ ਤੋਂ ਜ਼ਰੂਰੀ ਹੁੰਦਾ ਹੈ ਅਤੇ ਵਰਤਮਾਨ ਸਮੇਂ ਦੇ ਵਿੱਚ ਜੋ ਸਾਡੇ ਨਾਲ ਗੱਲ ਕਰ ਰਿਹਾ ਹੈ, ਜੋ ਸਾਡੇ ਕੋਲ ਹੈ, ਉਸ ਦੀ ਗੱਲ ਕਰਨੀ ਸਭ ਤੋਂ ਜ਼ਰੂਰੀ ਹੁੰਦੀ ਹੈ। ਅਤੇ ਸਭ ਤੋਂ ਜ਼ਰੂਰੀ ਕੰਮ ਹੈ ਨੇਕੀ ਅਤੇ ਭਲਾਈ ਦਾ ਕੰਮ ਕਰਨਾ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਕਹਾਣੀ ਸਮਝ ਆ ਗਈ ਹੋਏਗੀ। ਉਸ ਤੋਂ ਅੱਗੇ ਬੇਟਾ ਔਖੇ ਸ਼ਬਦਾਂ ਦੇ ਅਰਥ ਜਿਹੜੇ ਤੁਹਾਡੇ ਦਿੱਤੇ ਗਏ ਹਨ ਉਹ ਤੁਸੀਂ ਦੇਖ ਲੈਣੇ ਹਨ। ਉਸ ਤੋਂ ਬਾਅਦ ਪਾਠ ਦੇ ਅਭਿਆਸ ਦੇ ਪ੍ਰਸ਼ਨ ਹਨ। ਸਭ ਤੋਂ ਪਹਿਲਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਉਹਨਾਂ ਦੇ ਉੱਤਰ ਤੁਸੀਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਫਿਰ ਵਸਤੂਨਿਸ਼ਟ ਪ੍ਰਸ਼ਨ, ਇਹਦੇ ਵਿੱਚ ਸਹੀ ਉੱਤਰ ਦੇ ਸਾਹਮਣੇ ਤੁਸੀਂ ਠੀਕ ਦਾ ਨਿਸ਼ਾਨ ਲਗਾਉਣਾ ਹੈ। ਉਸ ਤੋਂ ਅੱਗੇ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਨ੍ਹਾਂ ਦੇ ਉੱਤਰ ਤੁਸੀਂ 25 ਤੋਂ 30 ਸ਼ਬਦਾਂ ਦੇ ਵਿੱਚ ਦਿਓਗੇ। ਉਸ ਤੋਂ ਬਾਅਦ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ ਜਿਹੜੇ ਵਿਸਥਾਰ ਨਾਲ ਤੁਸੀਂ ਲਿਖਣੇ ਹਨ। ਉਸ ਤੋਂ ਬਾਅਦ ਵਾਕਾਂ ਵਿੱਚ ਵਰਤੋਂ ਹੈ ਬੇਟਾ, ਤੁਹਾਨੂੰ ਨੀਚੇ ਕੁਝ ਮੁਹਾਵਰੇ ਅਤੇ ਸ਼ਬਦ ਦਿੱਤੇ ਗਏ ਹਨ, ਉਹਨਾਂ ਨੂੰ ਤੁਸੀਂ ਵਾਕਾਂ ਦੇ ਵਿੱਚ ਵਰਤਣਾ ਹੈ। ਪਹਿਲਾਂ ਅਰਥ ਦੱਸਣਾ ਹੈ, ਫਿਰ ਵਾਕ ਬਣਾਉਣਾ ਹੈ। ਉਸ ਤੋਂ ਬਾਅਦ ਵਿਆਕਰਨ ਭਾਗ ਆ ਗਿਆ ਬੇਟਾ। ਵਿਆਕਰਨ ਦੇ ਵਿੱਚ ਪਹਿਲਾਂ ਸਮਾਨ ਅਰਥਾਂ ਵਾਲੇ ਸ਼ਬਦ ਮਤਲਬ ਇੱਕੋ ਜਿਹੇ ਅਰਥ ਰੱਖਣ ਵਾਲੇ ਸ਼ਬਦ ਹੇਠਾਂ ਤੁਹਾਨੂੰ ਆਪਸ਼ਨ ਦਿੱਤੇ ਗਏ ਹੈ, ਉਹ ਉੱਥੋਂ ਚੁਣ ਕੇ ਸ਼ਬਦ ਦੇ ਸਾਹਮਣੇ ਲਿਖਣੇ ਹਨ, ਜਿਵੇਂ ਡੌਂਡੀ, ਢੰਡੋਰਾ ਜਾਂ ਘੋਸ਼ਣਾ। ਇਸ ਤਰ੍ਹਾਂ ਨਾਲ ਥੱਲੇ ਲਿਖੇ ਸ਼ਬਦਾਂ ਦੇ ਵਿੱਚੋਂ ਚੁਣ ਕੇ ਤੁਸੀਂ ਸਾਹਮਣੇ ਲਿਖ ਦੇਣੇ ਹਨ। ਉਸ ਤੋਂ ਬਾਅਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ ਬੇਟਾ, ਇਹਦੇ ਵਿੱਚ ਵੀ ਤੁਸੀਂ ਅੱਗੇ ਜਿਹੜੇ ਆਪਸ਼ਨ ਦੇ ਵਿੱਚ ਸ਼ਬਦ ਦਿੱਤੇ ਗਏ ਆ ਤੁਹਾਡੇ, ਉਹਨਾਂ ਦੇ ਵਿੱਚੋਂ ਚੁਣ ਕੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਹੜਾ ਉਹ ਸਾਹਮਣੇ ਲਿਖ ਦੇਣਾ ਹੈ। ਉਸ ਤੋਂ ਬਾਅਦ ਸਾਨੂੰ ਅੱਗੇ ਵਾਕ ਦੇ ਵਿੱਚ ਕਿਰਿਆ ਵਿਸ਼ੇਸ਼ਣ ਦੀ ਗੱਲ ਕੀਤੀ ਗਈ ਹੈ ਬੇਟਾ। ਕਿਰਿਆ ਵਿਸ਼ੇਸ਼ਣ ਕੀ ਹੁੰਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਾਂਗੀ। ਉਸ ਤੋਂ ਬਾਅਦ ਵਿਸਥਾਰ ਨਾਲ ਆਪਾਂ ਜਮਾਤ ਵਿੱਚ ਵਿਆਕਰਨ ਭਾਗ ਵਿੱਚ ਕਰਾਂਗੇ ਕਿ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਆ ਸ਼ਬਦ, ਉਹਨਾਂ ਨੂੰ ਕੀ ਕਹਿੰਦੇ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਕਿਰਿਆ ਵਿਸ਼ੇਸ਼ਣ ਕਿਸੇ ਕੰਮ ਦੇ ਹੋਣ ਦਾ ਸਮਾਂ ਦੱਸਦੇ ਹੈ, ਸਥਾਨ ਦੱਸਦੇ ਹੈ, ਕਾਰਜ ਦੱਸਦੇ ਆ, ਉਹਦਾ ਅਨੁਮਾਨ ਦੱਸਦੇ ਹੈ, ਢੰਗ ਦੱਸਦੇ ਹੈ ਅਤੇ ਉਸ ਦਾ ਨਿਸ਼ਚਾ ਦੱਸਦੇ ਹੈ। ਇਸ ਤਰ੍ਹਾਂ ਕਿਰਿਆ ਦੀ ਵਿਸ਼ੇਸ਼ਤਾ ਵੱਖ-ਵੱਖ ਤਰੀਕਿਆਂ ਨਾਲ ਦੱਸਦੀ ਹੈ। ਵਾਕ ਵਿੱਚ ਕਿਰਿਆ ਵਿਸ਼ੇਸ਼ਣ ਆਮ ਕਰਕੇ ਕਿਰਿਆ ਤੋਂ ਪਹਿਲਾਂ ਆਉਂਦੇ ਹਨ, ਜਿਵੇਂ ਹੁਣ, ਕੱਲ੍ਹ, ਤੇਜ਼, ਹੌਲੀ, ਕਦੇ ਕਦਾਈ, ਤੜਕਸਾਰ। ਇਸ ਤਰ੍ਹਾਂ ਨਾਲ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹਨ। ਹੇਠਾਂ ਤੁਹਾਨੂੰ ਕੁਝ ਵਾਕ ਦਿੱਤੇ ਗਏ ਹਨ ਬੇਟਾ, ਇਹਦੇ ਵਿੱਚੋਂ ਤੁਸੀਂ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਜਿਹੜੇ ਉਹਨਾਂ ਨੂੰ ਅੰਡਰਲਾਈਨ ਕਰ ਦੇਣਾ ਹੈ। ਉਸ ਤੋਂ ਬਾਅਦ ਯੋਗਤਾ ਵਿਸਥਾਰ ਵਾਲਾ ਪ੍ਰਸ਼ਨ ਹੈ ਜਿਹੜਾ ਤੁਸੀਂ ਆਪਣੇ ਆਪ ਹੱਲ ਕਰਨਾ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਇਹਨਾਂ ਦੇ ਉੱਤਰ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੀ। ਤਦ ਤੱਕ ਲਈ ਧੰਨਵਾਦ।